हेलो इस मॉडर्न सीनियर सैकेंडरी स्कूल खन्ना जिथे पहुंच गए तो मैंने माइक से रिपोर्ट करनी जल्दी प्लीज। इस मॉडर्न सीनियर सैकेंडरी स्कूल खन्ना ਅੱਗੇ ਲੰਘੇ ਹੋ मैडम प्लीज। हाँ जी सर। जी सर देखिए तहसीलदार साहब नायब तहसीलदार साहब ते होर इलाके दे साडे जल्दी बताओ तुसीं सर अगे ना जाओ। गवर्नमेंट गर्ल्स सीनियर सैकेंडरी स्कूल के प्रिंसिपल ईओ साहब प्रिंसिपल कमेटी जिला करनी सी ते होर बहुत सारे सरकार के खड़े ने जेडे अपने को मेहमान साहब जी आए हैं इस तो बाद ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਮੇਰਾ ਸਾਨੂੰ ਮਾਈਕ ਤੇ ਜਾਣੀ ਹੈ। ਥੈਂਕ ਯੂ ਆ ਜਾਓ ਸਕੂਲ ਦਾ ਸਟਾਫ ਹੈ ਨਾਲ ਇੱਦਾਂ ਨਾਲ ਸਾਹਮਣੇ ਦੇਖੋ ਸਰ। ਹਾਂਜੀ ਮੈਮ ਸਾਡੇ ਦਿਹਾੜੇ ਦੇ ਉੱਤੇ ਸਾਡੀ ਤਹਿਸੀਲ ਦੇ ਜਿਹੜੇ ਜੁਡੀਸ਼ੀਅਲ ਬਣੇ ਪੂਰੀ ਜੁਡੀਸ਼ਰੀ ਹੈ ਜੱਜ ਸਾਹਿਬ ਨੇ ਉਹ ਇਹ ਪਹੁੰਚੇ ਨੇ मैडम मनी सीनियर जूनियर तो हम सब तो पहला देश की आज़ादी का मान ते सम्मान आज़ादी का तिरंगा उसमें लहराया गया बिल्कुल सही समय लगे जोरदार आपके नक्शे के लिए तैयार है श्रीमान। झंडे की रस्म तो बाद मानयोग मुख मेहमान साहब चिट्टी जिप्सी ਦੇ ਸਵਾਰ ਹੋ ਕੇ ਉਹਨਾਂ ਦੇ ਨਾਲ ਸਾਡੇ ਡਿਵੀਜ਼ਨਲ ਮੈਜਿਸਟ੍ਰੇਟ एसडीएम साहिबा जीप सवार होकर कड़े कड़े टुकड़ियों का परेड का नुमाइंदा मुआयना करने वास्ते जा रहे हैं। तो उन्होंने जोड़े परेड कमांडर ने सरदार सुखविंदर सिंह ते प्लटून कमांडर ने वो भी उन्होंने नाल ने। तो अगे के पूरा ग्राउंड भरया होंदा नवल टुकड़ियां होंदियां ने अज वो रंग और जाके किसी को पैदा करने सब तो पहला पंजाब देश की टुकड़ी पंजाब पुलिस जिला लुधियाना की टुकड़ी
मंच पर आते हुए मुख्य मेहमान साहब सरदार सकत्तर सिंह जी पाल, SDM साहब श्रीमती मनजीत कौर जी ਤੇ ਉਹਨਾਂ ਦੇ ਨਾਲ ਸਾਡੇ ਪੁਲਿਸ ਦੇ ਅਫਸਰ ਸਾਹਿਬਾਨ, ਬਹੁਤ ਖੂਬਸੂਰਤ ਨਜ਼ਾਰਾ ਜੀ। ਵੇਖੋ ਕਿੰਨੀ ਸੋਹਣੀ ਰੰਗੋਲੀ ਬਣੀ ਹੋਈ ਹੈ ਬਿਲਕੁਲ ਤੁਹਾਡੇ ਸੱਜੇ ਹੱਥ। ਇਹ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਅਧਿਆਪਕਾਂ ਵੱਲੋਂ ਤੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀ ਗਈ ਰੰਗੋਲੀ। प्यारे पंजाब ਅਤੇ ਇਲਾਕਾ ਨਿਵਾਸੀਓ, ਅੱਜ ਅਸੀਂ ਸਾਰੇ ਦੇਸ਼ ਵਿੱਚ 75ਵਾਂ ਆਜ਼ਾਦੀ ਦਿਵਸ ਬੜੀ ਧੂਮਧਾਮ ਦੇ ਨਾਲ ਮਨਾ ਰਹੇ ਹਾਂ। ਮੈਂ ਇਸ ਮੁਬਾਰਕ ਮੌਕੇ ਤੇ ਤੁਹਾਨੂੰ ਸਾਰਿਆਂ ਨੂੰ ਸ਼ੁਭ ਇੱਛਾਵਾਂ ਤੇ ਵਧਾਈ ਦਿੰਦਾ ਹਾਂ ਅਤੇ ਨਾਲ ਹੀ ਤੁਹਾਡੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਾ ਹਾਂ। ਅੱਜ ਤੋਂ 74 ਸਾਲ ਪਹਿਲਾਂ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ। ਆਜ਼ਾਦੀ ਦੀ ਇਸ ਲੰਬੀ ਲੜਾਈ ਵਿੱਚ ਸਾਰੇ ਵਰਗਾਂ ਦੇ ਲੋਕਾਂ ਨੇ ਬਰਾਬਰ ਹਿੱਸਾ ਪਾਇਆ ਸੀ। ਦੇਸ਼ ਦੇ ਸ਼ਹੀਦਾਂ ਅਤੇ ਸੂਰਬੀਰਾਂ ਦੀਆਂ ਅਥਾਹ ਕੁਰਬਾਨੀਆਂ ਸਦਕਾ ਹੀ ਅਸੀਂ ਅੰਗਰੇਜ਼ੀ ਸਮਾਜ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਭਾਰਤ ਮਾਤਾ ਨੂੰ ਮੁਕਤ ਕਰਵਾ ਸਕੇ ਸਨ। ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਆਜ਼ਾਦੀ ਦੇ ਸੰਗਰਾਮ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਚਾਹੇ ਗਦਰ ਲਹਿਰ ਹੋਵੇ, ਕੂਕਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਪਗੜੀ ਸੰਭਾਲ ਲਹਿਰ, ਭਾਰਤ ਛੱਡੋ ਅੰਦੋਲਨ ਵਰਗੀਆਂ ਮਹਾਨ ਲਹਿਰਾਂ ਅਤੇ ਸਾਡੇ ਮਹਾਨ ਸ਼ਹੀਦ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ ਜੀ, ਸ਼ਹੀਦ ਊਧਮ ਸਿੰਘ ਅਤੇ ਜਲਿਆਂਵਾਲੇ ਗੋਲੀकांड ਦਾ ਬਦਲਾ ਲੈਣ ਵਾਲੇ ਪੰਜਾਬੀ ਨੌਜਵਾਨ ਸ਼ਹੀਦ ਊਧਮ ਸਿੰਘ ਤੇ ਹੋਰ ਬਹੁਤ ਸਾਰੇ ਆਜ਼ਾਦੀ ਦੇ ਕੁਰਬਾਨੀ ਸਮੇਂ-ਸਮੇਂ ਤੇ ਆਰੰਭੇ ਗਏ ਆਜ਼ਾਦੀ ਸੰਘਰਸ਼ ਸਦਕਾ ਸਾਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੀ। ਇਸ ਮੌਕੇ ਤੇ ਮੈਂ ਇਸ ਇਲਾਕੇ ਦੇ ਮਹਾਨ ਸ਼ਹੀਦ ਸਰਦਾਰ ਕਰਨੈਲ ਸਿੰਘ ਈਸੂ ਜੀ, ਜਿਨ੍ਹਾਂ ਨੇ ਚੜ੍ਹਦੀ ਉਮਰੇ ਹੀ ਸ਼ਹਾਦਤ ਪ੍ਰਾਪਤ ਕੀਤੀ, ਔਰ ਅੱਜ ਅਸੀਂ ਉਹਨਾਂ ਦਾ 60ਵਾਂ ਸ਼ਹੀਦੀ ਦਿਵਸ ਪੰਜਾਬ ਸਰਕਾਰ ਸਟੇਟ ਫੰਕਸ਼ਨ ਦੇ ਤੌਰ ਤੇ ਇਸ ਇਲਾਕੇ ਦੇ ਵਿੱਚ ਉਹਨਾਂ ਦੇ ਜੱਦੀ ਪਿੰਡ ਈਸੂ ਵਿਖੇ ਮਨਾਇਆ ਜਾ ਰਿਹਾ ਹੈ। ਮੈਂ ਉਹਨਾਂ ਦੀ ਕੁਰਬਾਨੀ ਨੂੰ ਵੀ ਅੱਜ ਇਸ ਮੌਕੇ ਤੇ ਯਾਦ ਕਰਦਾ ਹਾਂ। ਮੈਂ ਇਹਨਾਂ ਸਾਰੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਅੱਗੇ ਆਪਣਾ ਸਿਰ ਝੁਕਾਉਂਦੇ ਹੋਏ ਸਮੂਹ ਦੇਸ਼ ਵਾਸੀਆਂ ਨੂੰ ਉਹਨਾਂ ਦੀ ਕੌਮੀ ਏਕਤਾ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਯੋਗਦਾਨ ਦੇਣ ਦੀ ਅਪੀਲ ਵੀ ਕਰਦਾ। ਪੰਜਾਬੀਆਂ ਨੂੰ ਜਿੱਥੇ ਆਜ਼ਾਦੀ ਦੀ ਲੜਾਈ ਵਿੱਚ ਵੱਧ ਕੁਰਬਾਨੀਆਂ ਦੇਣ ਦਾ ਮਾਣ ਹੈ, ਉੱਥੇ ਉਹ ਅੱਜ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਲਈ ਵੀ ਮੋਹਰੇ ਹੈ। ਅੱਜ ਲੋੜ ਹੈ ਅਸੀਂ ਮਾਨਵਵਾਦੀ ਵਿਚਾਰਾਂ ਨੂੰ ਸਮਾਜ ਦੀ ਸੋਚਣੀ ਅਤੇ ਕਰਨੀ ਦਾ ਆਧਾਰ ਬਣਾਈਏ। ਇਹ ਦਿਹਾੜਾ ਸਾਨੂੰ ਸਾਡੇ ਸੁਤੰਤਰਤਾ ਸੈਲਾਨੀਆਂ ਵੱਲੋਂ ਭਾਰਤ ਦੇ ਭਵਿੱਖ ਲਈ ਲਏ ਗਏ ਸੁਪਨਿਆਂ ਨੂੰ ਸਾਕਾਰ ਕਰਨ ਦੀ ਯਾਦ ਦਿਲਾਉਂਦਾ ਹੈ ਅਤੇ ਆਪਣੀ ਸਮੁੱਚੀ ਕਾਰਗੁਜ਼ਾਰੀ ਉੱਤੇ ਝਾਤ ਮਾਰਨ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ। ਕਾਲੇ ਪਾਣੀ ਵਰਗੀਆਂ ਸਖਤ ਸਜ਼ਾਵਾਂ ਵੀ ਪੰਜਾਬੀਆਂ ਨੇ ਹੱਸ-ਹੱਸ ਕੇ ਕੱਟ ਲਈਆਂ। ਮੈਂ ਮਾਣ ਨਾਲ ਆਖ ਸਕਦਾ ਹੈ ਕਿ ਪੰਜਾਬੀਆਂ ਨੇ ਖਾਸ ਤੌਰ ਤੇ ਸਿੱਖਾਂ ਦੀਆਂ ਕੁਰਬਾਨੀਆਂ ਤੇ ਸਾਡੇ ਮਹਾਨ ਸ਼ਹੀਦਾਂ ਦੇ ਸਦਕਾ ਹੀ ਅੱਜ ਅਸੀਂ ਆਜ਼ਾਦੀ ਦੀ ਇਸ ਖੁਸ਼ਹਾਲ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਹਾਂ। ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਕੁਝ ਜਗ੍ਹਾ ਵੀ ਲੜਨੀਆਂ ਪਈਆਂ। ਸਾਡੀ ਫੌਜ ਨੇ ਜਿਸ
ਬਹਾਦਰੀ ਦੇ ਨਾਲ ਦੁਸ਼ਮਣਾਂ ਨੂੰ ਧੂੜ ਚੜਾਈ। ਇਸ ਲਈ ਮੈਂ ਮੁਲਕ ਦੀਆਂ ਤਿੰਨੇ ਸੈਨਾਵਾਂ ਨੂੰ ਸਲਾਮ ਕਰਦਾ ਹਾਂ। ਇਸ ਤੋਂ ਇਲਾਵਾ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨੀਮ ਫੌਜੀ ਦਸਤਿਆਂ ਅਤੇ ਪੁਲਿਸ ਵੱਲੋਂ ਜੋ ਅਦੁੱਤੀ ਕੁਰਬਾਨੀਆਂ ਦਿੱਤੀਆਂ ਗਈਆਂ, ਮੈਂ ਉਹਨਾਂ ਵੱਲੋਂ ਵੀ ਪਾਏ ਯੋਗਦਾਨ ਨੂੰ ਸਲਾਮ ਕਰਦਾ ਹਾਂ। ਅੱਜ ਅਸੀਂ 2021 ਦੇ ਸਮੇਂ 'ਚ ਚੱਲ ਰਹੇ ਹਾਂ ਔਰ ਸਾਰੀ ਦੁਨੀਆ ਦੇ ਨਾਲ ਨਾਲ ਭਾਰਤ ਦੇਸ਼ ਦੇ ਲੋਕਾਂ ਨੂੰ ਵੀ ਕੋਰੋਨਾ ਮਹਾਮਾਰੀ ਦੀ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕੋਰੋਨਾ ਨੂੰ ਹਰਾਉਣ ਦੇ ਲਈ ਮਿਸ਼ਨ ਫਤਿਹ ਦੀ ਸ਼ੁਰੂਆਤ ਕੀਤੀ ਗਈ ਹੈ। ਅੱਜ ਸਾਡੇ ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ, ਡਾਕਟਰ, ਸਮੁੱਚਾ ਮੈਡੀਕਲ ਸਟਾਫ, ਪੈਰਾਮੈਡੀਕਲ ਸਟਾਫ, ਸਫਾਈ ਕਰਮਚਾਰੀ ਫਰੰਟ ਲਾਈਨ ਕੋਰੋਨਾ ਵਾਰੀਅਰ ਦੇ ਤੌਰ ਤੇ ਕੰਮ ਕਰ ਰਹੇ ਨੇ। ਕੋਵਿਡ ਦੀਆਂ ਸਾਵਧਾਨੀਆਂ ਬਾਰੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਨੇ। ਆਂਗਨਵਾੜੀ ਵਰਕਰ ਤੇ ਆਸ਼ਾ ਵਰਕਰ ਘਰ ਘਰ ਜਾ ਕੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰ ਰਹੇ ਨੇ। ਮੈਨੂੰ ਪੂਰੀ ਉਮੀਦ ਹੈ ਕਿ ਨੇੜਲੇ ਭਵਿੱਖ ਵਿੱਚ ਪੰਜਾਬ ਇੱਕ ਵਾਰ ਫਿਰ ਤੋਂ ਕੋਰੋਨਾ ਨੂੰ ਹਰਾ ਕੇ ਕੌਮੀ ਨਕਸ਼ੇ ਤੇ ਆਪ ਤੌਰ ਤੇ ਮਜ਼ਬੂਤ ਰਾਜ ਨੂੰ ਉਭਰੇਗਾ। ਮੈਂ ਅੰਤ ਵਿੱਚ ਭਾਰਤ ਦੇ ਮਹਾਨ ਸ਼ਹੀਦਾਂ ਨੂੰ ਕੋਟੀ ਪ੍ਰਣਾਮ ਕਰਦਾ ਹਾਂ ਅਤੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੋਏ ਯੋਧਿਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਸਨਮਾਨ ਵਿੱਚ ਸਿਰ ਝੁਕਾਉਣਾ ਹੈ। ਆਓ ਰਲ ਕੇ ਪ੍ਰਣ ਕਰੀਏ ਕਿ ਅਸੀਂ ਕੋਵਿਡ ਦੀਆਂ ਸਾਵਧਾਨੀਆਂ ਨੂੰ ਅਪਣਾਉਂਦੇ ਹੋਏ ਮਾਸਕ ਪਾਉਣ, ਸਮਾਜਿਕ ਦੂਰੀ ਰੱਖਣ ਅਤੇ ਵਾਰ-ਵਾਰ ਹੱਥ ਧੋਣ ਤੇ ਸੈਨੀਟਾਈਜ਼ਰ ਆਦਿ ਨੂੰ ਅਪਣਾਵਾਂਗੇ। ਸਾਡਾ ਅੱਜ ਦੇ ਇਸ ਮੌਕੇ ਤੇ ਇਹ ਪ੍ਰਣ ਨਰੋਏ ਸਮਾਜ ਦੀ ਨਿਗਰ ਨਹੀਂ ਹੋਵੇਗੀ ਤੇ ਇਹੀ ਮਹਾਨ ਆਜ਼ਾਦੀ ਘੁਲਾਟੀਆਂ ਦੀ ਅਦੁੱਤੀ ਕੁਰਬਾਨੀ ਨੂੰ ਸੱਚਾ ਨਮਨ ਹੋਵੇਗਾ। ਜੈ ਜਵਾਨ, ਜੈ ਕਿਸਾਨ, ਜੈ ਹਿੰਦ। चल शानदार पेड़ कमांडर सरदार सुरेंद्रपाल सिंह SI साहब सब को चाल में मत से गुजरेगा वैसे चल बहुत खूबसूरत SI सरदार सुरेंद्रपाल सिंह पिछू श्री प्रमोद कुमार जी कोर कमांडर पंजाब पुलिस ASI बहुत खूबसूरत इन्होंने मैसेज बड़िया सोहनिया खूबसूरत दस्तारा उन्होंने रंगा का मातमाल समेत उन्होंने पिछों होमगार्ड की टुकड़ी इन्होंने कमांडर हेड कांस्टेबल सरदार बलजिंदर सिंह इस तो बाद AS कालेपर भवन की LCD की टुकड़ी इन चार पैदल रोटी की दिवालिया वापस भाजपा लौट गए तेरे रंग केसरी चिट्टा ते हरा रंग तीनों ही रंगों के कुर्बानी